Secondly, we have cost push inflation. Cost push inflation theory is a new theory of inflation कि ये जो मुद्रास्फीति का एक नवा सिद्धांत है. As a theory, it was propounded due to some peculiar situation arising after 1960 in America and other developed countries ਕਿ 1960 ਤੋਂ ਬਾਅਦ ਵਿੱਚ ਅਮਰੀਕਾ ਅਤੇ ਹੋਰ ਕਈ ਵਿਕਸਿਤ ਦੇਸ਼ਾਂ ਦੇ ਵਿੱਚ ਖਾਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਜਿਨ੍ਹਾਂ ਦੀ ਵਜ੍ਹਾ ਕਰਕੇ ਇਹ ਸਿਧਾਂਤ ਜੋ ਹੈ ਉਹ ਸਾਹਮਣੇ ਆਇਆ. In such countries, on one hand, prices were rising and on the other, production was falling. ਕਿ ਇੱਕ ਪਾਸੇ ਤਾਂ ਕੀਮਤਾਂ ਵਧ ਰਹੀਆਂ ਸਨ ਅਤੇ ਦੂਸਰੇ ਪਾਸੇ ਉਤਪਾਦਨ ਵਿੱਚ ਕਮੀ ਹੋ ਰਹੀ ਸੀ. Hence, the economist concluded that inflation is also possible in a situation where aggregate demand is falling but cost of production is rising. Inflation that is caused by increase in cost is therefore called cost push inflation. ਸੋ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਸਿਰਫ ਮੰਗ ਵਿੱਚ ਹੋਣ ਵਾਲੇ ਵਾਧੇ ਕਰਕੇ ਨਹੀਂ ਹੈ. ਇਸ ਦੀ ਦੂਸਰੀ ਵਜ੍ਹਾ ਜੋ ਕਿ ਪੂਰਤੀ ਪੱਖ ਦੇ ਉੱਤੇ ਹੈ ਔਨ ਸਪਲਾਈ ਸਾਈਡ ਕਿ ਜੇਕਰ ਪੂਰਤੀ ਪੱਖ ਤੇ ਜਾਂ ਸਪਲਾਈ ਸਾਈਡ ਤੇ ਕਾਸਟ ਵੱਧ ਰਹੀ ਹੈ, ਉਤਪਾਦਨ ਦੀ ਲਾਗਤ ਵੱਧ ਰਹੀ ਹੈ ਤਾਂ ਉਸ ਦੇ ਵਜ੍ਹਾ ਕਰਕੇ ਵੀ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ. ਧਿਆਨ ਦਿਓ ਇੱਥੇ ਜੋ ਵਰਡ ਯੂਜ਼ ਕੀਤੇ ਗਏ ਹਨ ਕਾਸਟ ਪੁਸ਼. ਪਹਿਲਾਂ ਅਸੀਂ ਪੜ੍ਹਿਆ ਹੈ ਡਿਮਾਂਡ ਪੁੱਲ ਤੇ ਫਿਰ ਹੁਣ ਦੂਸਰਾ ਹੈ ਕਾਸਟ ਪੁਸ਼. ਹੁਣ ਜੋ ਵਰਡ ਪੁੱਲ ਤੇ ਪੁਸ਼ ਜਿਸ ਤਰ੍ਹਾਂ ਯੂਜ਼ ਕੀਤੇ ਜਾਂਦੇ ਹਨ ਧਿਆਨ ਦਿਓ. ਫੋਰ ਐਗਜ਼ਾਮਪਲ ਜਦੋਂ ਅਸੀਂ ਕਿਸੇ ਜਗ੍ਹਾ ਜਾਂਦੇ ਹਾਂ ਤਾਂ ਕਈ ਵੇਲੇ ਜੋ ਉਸਦਾ ਕੋਈ ਦਰਵਾਜ਼ਾ ਹੁੰਦਾ ਹੈ ਜਾਂ ਕੋਈ ਸ਼ੀਸ਼ੇ ਵਾਲਾ ਦਰਵਾਜ਼ਾ ਜਾਂ ਗੇਟ ਇਸ ਤਰ੍ਹਾਂ ਕੋਈ ਵੀ ਹੁੰਦਾ ਹੈ ਕਿਸੇ ਆਫਿਸ ਦੇ ਵਿੱਚ ਜਾਂ ਕਿਸੇ ਰੈਸਟੋਰੈਂਟ ਵਗੈਰਾ 'ਚ ਤਾਂ ਉੱਥੇ ਕਈ ਵੇਲੇ ਦੇਖੋ ਤਾਂ ਜਦੋਂ ਅਸੀਂ ਅੰਦਰ ਜਾਂਦੇ ਹਾਂ ਤਾਂ ਉਸਦੇ ਬਾਹਰਲੇ ਪਾਸੇ ਜੋ ਲਿਖਿਆ ਹੁੰਦਾ ਹੈ ਪੁੱਲ ਕਿ ਇਹ ਅੰਦਰ ਆਉਣ ਲਈ ਇਹ ਦਰਵਾਜ਼ਾ ਹੈ ਉਸਨੂੰ ਜੋ ਹੈ ਖਿੱਚੋ. ਪੁੱਲ ਕਰਨਾ ਮਤਲਬ ਖਿੱਚਣਾ. ਸੋ ਜਦੋਂ ਆਪਾਂ ਡਿਮਾਂਡ ਪੁੱਲ ਕਹਿ ਰਹੇ ਹਾਂ ਇਸਦਾ ਅਰਥ ਹੈ ਕਿ ਜੇ ਕੀਮਤ ਨੂੰ ਖਿੱਚਿਆ ਜਾ ਰਿਹਾ ਹੈ ਮੰਗ ਦੁਆਰਾ. ਸੋ ਮੰਗ ਖਿੱਚ ਕੇ ਜੋ ਹੈ ਕੀਮਤ ਨੂੰ ਵਧਾ ਰਹੀ ਹੈ. ਤੇ ਜਦੋਂ ਅਸੀਂ ਅੰਦਰੋਂ ਬਾਹਰ ਜਾਣਾ ਹੁੰਦਾ ਤਾਂ ਉਸੇ ਦਰਵਾਜ਼ੇ ਉੱਤੇ ਜੋ ਲਿਖਿਆ ਹੁੰਦਾ ਹੈ ਪੁਸ਼ ਕਿ ਹੁਣ ਇਸ ਦਾ ਅਰਥ ਹੈ ਕਿ ਹੁਣ ਅਸੀਂ ਬਾਹਰ ਜਾਣ ਲਈ ਉਸਨੂੰ ਅੰਦਰੋਂ ਇਸ ਤਰ੍ਹਾਂ ਧੱਕਾ ਦੇ ਰਹੇ ਹਾਂ. ਤੋ ਇਹਦਾ ਅਰਥ ਇਹ ਹੈ ਕਿ ਜੋ ਕਾਸਟ ਪੁਸ਼ ਜਿਸ ਤਰ੍ਹਾਂ ਵਰਡ ਯੂਜ਼ ਕੀਤਾ ਗਿਆ ਇਸ ਤੇ ਪੁਸ਼ ਦਾ ਮਤਲਬ ਹੀ ਹੈ ਕਿ ਜਿਸ ਤਰ੍ਹਾਂ ਕਿ ਕੀਮਤਾਂ ਨੂੰ ਇੱਕ ਚੀਜ਼ ਧਕੇਲ ਰਹੀ ਹੈ ਉੱਪਰ ਵੱਲ ਨੂੰ ਉਸਨੂੰ ਧੱਕਿਆ ਜਾ ਰਿਹਾ ਹੈ ਅਰਥਾਤ ਉਹ ਹੈ ਕਾਸਟ ਆਫ ਪ੍ਰੋਡਕਸ਼ਨ. ਸੋ ਜੋ ਕਾਸਟ ਆਫ ਪ੍ਰੋਡਕਸ਼ਨ ਹੈ ਜੋ ਲਾਗਤ ਹੈ ਉਤਪਾਦਨ ਦੀ ਉਹ ਕੀਮਤਾਂ ਨੂੰ ਇੱਕ ਤਰ੍ਹਾਂ ਨਾਲ ਉੱਪਰ ਵੱਲ ਧੱਕ ਰਹੀ ਹੈ. ਸੋ ਇੱਥੇ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਉਤਪਾਦਨ ਦੀ ਲਾਗਤ ਵਿੱਚ ਹੋਣ ਵਾਲੇ ਵਾਧੇ ਕਰਕੇ ਹੈ ਜੋ ਕਿ ਪੂਰਤੀ ਪੱਖ ਹੈ ਜੋ ਇਸਦਾ ਕਿ ਸਪਲਾਈ ਸਾਈਡ ਦੇ ਉੱਤੇ ਕੰਮ ਕਰ ਰਹੀ ਹੈ. ਸੋ that is why it is called cost push inflation. So it is the cost of production which is responsible for rise in price. So when there is increase in cost of production and accordingly there will be increase in general price level. Then its definition in the words of A.S. Campagna, cost push inflation is the consequence of rise in cost. So जो ਲਾਗਤ ਪ੍ਰੇਰਿਤ ਮੁਦਰਾਸਫੀਤੀ ਹੈ ਉਸ ਦਾ ਕਾਰਨ ਕੀ ਹੈ ਕੀਮਤਾਂ ਵਿੱਚ ਹੋਣ ਵਾਲਾ ਲਾਗਤ ਵਿੱਚ ਹੋਣ ਵਾਲਾ ਵਾਧਾ. It is characterized by insufficiency of aggregate demand, unemployed resources and excess capacity. ਸੋ ਇੱਥੇ ਦੇਖਣ ਵਾਲੀ ਗੱਲ ਇਹ ਜੋ ਕਿ ਵਿਰੋਧਾਭਾਸ ਨਜ਼ਰ ਆ ਰਿਹਾ ਹੈ ਕਿ ਜੇ ਮੰਗ ਪ੍ਰੇਰਿਤ ਜੋ ਮਹਿੰਗਾਈ ਹੈ ਉਸ ਵਿੱਚ ਜਦੋਂ ਮੰਗ ਵੱਧਦੀ ਹੈ ਤਾਂ ਆਪਾਂ ਦੇਖਿਆ ਸੀ ਪੂਰਨ ਰੁਜ਼ਗਾਰ ਤੋਂ ਪਹਿਲਾਂ ਜਦੋਂ ਮੰਗ ਵੱਧਦੀ ਹੈ ਤਾਂ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ ਪਰ ਨਾਲ ਨਾਲ ਉਤਪਾਦਨ ਅਤੇ ਰੁਜ਼ਗਾਰ ਵਿੱਚ ਵੀ ਵਾਧਾ ਹੁੰਦਾ ਹੈ. ਪਰੰਤੂ ਇੱਥੇ ਕੀ ਹੈ ਕਿ ਅਜੇ ਪੂਰਨ ਰੁਜ਼ਗਾਰ ਤਾਂ ਨਹੀਂ ਆਇਆ ਹੈ ਪਰ ਫਿਰ ਵੀ ਜਦੋਂ ਕੀਮਤਾਂ ਵਧੀਆਂ ਹਨ ਤਾਂ ਉਹਦੀ ਵਜ੍ਹਾ ਕੀ ਹੈ ਲਾਗਤ ਦਾ ਵਧਣਾ. ਜਦ ਕਿ ਲਾਗਤ ਵੱਧ ਗਈ ਹੈ ਪਰ ਅਜੇ ਜੋ ਹੈ ਡਿਮਾਂਡ ਉਨੀ ਨਹੀਂ ਹੈ ਜਦ ਕਿ ਅਰਥਾਤ ਡਿਮਾਂਡ ਕੋਈ ਜ਼ਿਆਦਾ ਨਹੀਂ ਹੈ. ਰਿਸੋਰਸਿਸ ਅਜੇ ਅਨਇੰਪਲਾਇਡ ਨੇ ਅਜੇ ਐਕਸੈਸ ਕਪੈਸਿਟੀ ਵੀ ਮੌਜੂਦ ਹੈ ਤਾਂ ਮਤਲਬ ਉਤਪਾਦਨ ਨੂੰ ਵਧਾਇਆ ਜਾ ਸਕਦਾ ਹੈ. ਉਤਪਾਦਨ ਵੀ ਵੱਧ ਸਕਦਾ ਹੈ ਰੁਜ਼ਗਾਰ ਵੀ ਵੱਧ ਸਕਦਾ ਹੈ ਮੰਗ ਵੀ ਇੰਨੀ ਜ਼ਿਆਦਾ ਨਹੀਂ ਹੈ ਪਰੰਤੂ ਫਿਰ ਵੀ ਕੀਮਤਾਂ ਵੱਧ ਰਹੀਆਂ ਹਨ. ਵਜ੍ਹਾ ਕੀ ਹੈ ਲਾਗਤ ਵਿੱਚ ਉਤਪਾਦਨ ਦੀ ਲਾਗਤ ਵਿੱਚ ਹੋਣ ਵਾਲਾ ਵਾਧਾ. ਸੋ ਮੋਟੇ ਤੌਰ ਤੇ ਆਪਾਂ ਇਹ ਦੇਖ ਰਹੇ ਹਾਂ ਕਿ ਜਦੋਂ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦੀ ਵਜ੍ਹਾ ਕਰਕੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ. ਤਾਂ ਇਸ ਨੂੰ ਵੀ ਇੱਕ ਰੇਖਾ ਚਿੱਤਰ ਦੁਆਰਾ ਦਰਸਾਇਆ ਗਿਆ ਹੈ ਜੋ ਕਿ ਇੱਥੇ ਆਪਾਂ ਦੇਖ ਸਕਦੇ ਹਾਂ ਨਜ਼ਰ ਆ ਰਿਹਾ ਹੈ ਜਿਸ ਨੂੰ ਕਿ ਅਸੀਂ ਇਸ ਤਰ੍ਹਾਂ ਵਾਈ ਐਕਸਿਸ ਤੇ ਪ੍ਰਾਈਸ ਲੈਵਲ ਤੇ ਐਕਸ ਐਕਸਿਸ ਤੇ ਆਊਟਪੁੱਟ ਲਿਆ ਹੈ. ਤਾਂ ਇੱਥੇ ਥੋੜ੍ਹਾ ਜਿਹਾ ਸਾਨੂੰ ਸਮਝਣਾ ਪਏਗਾ ਕਿ ਜੋ ਡਿਮਾਂਡ ਜਦੋਂ ਵੱਧਦੀ ਹੈ ਤਾਂ ਇਨਕਰੀਜ਼ ਇਨ ਡਿਮਾਂਡ ਮੀਨਸ demand curve shifts upward.
that is increase. But now the supply curve is also changing, it is shifting. So how we can show the change in cost of production with the help of change in or shift in supply curve? ਕਿ ਜਦੋਂ ਪੂਰਤੀ ਵਕਰ ਵਿੱਚ ਪਰਿਵਰਤਨ ਆ ਰਿਹਾ ਹੈ, ਉਸ ਦੀ ਸਥਿਤੀ ਬਦਲ ਰਹੀ ਹੈ, ਉਹ ਖਿਸਕ ਰਹੀ ਹੈ ਉੱਪਰ ਨੂੰ, ਤਾਂ ਇਸ ਨੂੰ ਕਿਸ ਚੀਜ਼ ਨਾਲ ਦੱਸਿਆ ਜਾ ਰਿਹਾ ਹੈ? ਲਾਗਤ ਵਿੱਚ, ਉਤਪਾਦਨ ਦੀ ਲਾਗਤ ਵਿੱਚ ਹੋਣ ਵਾਲੇ ਵਾਧੇ ਦੁਆਰਾ। ਸੋ ਇਹ ਪਹਿਲਾਂ ਕਿਸ ਤਰ੍ਹਾਂ ਸਮਝਿਆ ਜਾਏ ਕਿ ਜੋ ਉਤਪਾਦਨ ਵਿੱਚ ਦੀ ਲਾਗਤ ਵਿੱਚ ਵਾਧਾ ਹੋਇਆ ਹੈ ਉਸ ਦਾ ਪੂਰਤੀ ਵਕਰ ਤੇ ਕੀ ਅਸਰ ਹੈ, ਇਸ ਨੂੰ ਅਸੀਂ ਇੱਕ ਡਾਇਗਰਾਮ ਨਾਲ ਫਿਰ ਸਮਝਾਂਗੇ। ਕਿ ਧਿਆਨ ਦਿਓ, ਅਸੀਂ ਛੋਟੀਆਂ ਕਲਾਸਾਂ ਤੋਂ ਪੜ੍ਹਦੇ ਆ ਰਹੇ ਹਾਂ ਕਿ ਜੋ ਸਪਲਾਈ ਵਕਰ ਹੈ ਉਹ ਕੀ ਹੈ। ਸਪਲਾਈ ਵਕਰ ਇੱਕ ਰਿਲੇਸ਼ਨ ਸ਼ੋ ਕਰਦੀ ਹੈ, ਇੱਕ ਸੰਬੰਧ ਸ਼ੋ ਕਰਦੀ ਹੈ ਕਿ ਕਿਸੇ ਵੀ ਵਸਤੂ ਦੀ ਪੂਰਤੀ ਕਰਨ ਦੇ ਲਈ ਇੱਕ ਉਤਪਾਦਕ ਜਾਂ ਉਤਪਾਦਕ ਜੋ ਹਨ ਕਿਸੇ ਵਸਤੂ ਦੇ, ਉਹ ਕਿੰਨੀ ਕੀਮਤ ਤੇ ਕਿੰਨੀ ਸਪਲਾਈ ਕਰਨ ਨੂੰ ਤਿਆਰ ਨੇ। ਆਊਟਪੁੱਟ ਔਰ ਕੁਆਂਟੀਟੀ ਸਪਲਾਈਡ। ਹੁਣ ਧਿਆਨ ਦਿਓ, ਜਦੋਂ ਅਸੀਂ ਸਪਲਾਈ ਕਰਵ ਇਸ ਤਰ੍ਹਾਂ ਬਣਾਈ ਹੈ, ਸਪੋਜ਼ ਲਾਈਕ ਦਿਸ, ਤਾਂ ਇਸ ਦਾ ਅਰਥ ਇਹ ਹੈ ਕਿ ਸਪੋਜ਼ ਕੋਈ ਖਾਸ ਉਤਪਾਦਨ ਦਾ ਪੱਧਰ ਹੈ। ਸੋ ਇਫ ਦੇਰ ਇਜ਼ ਸੇ OQ1 amount of output to be supplied, ਕਿ ਜੇ OQ1 amount ਸਪਲਾਈ ਹੋਣੀ ਹੈ, ਇੰਨੀ ਸਪਲਾਈ ਕਰਨੀ ਹੈ, ਤਾਂ ਇੰਨੀ ਅਮਾਊਂਟ ਸਪਲਾਈ ਕਰਨ ਲਈ, ਇੰਨੀ ਆਊਟਪੁੱਟ ਸਪਲਾਈ ਕਰਨ ਲਈ ਜੋ ਸਪਲਾਇਰ ਹਨ ਉਹ ਘੱਟੋ ਘੱਟ ਪ੍ਰਾਈਸ ਕਿੰਨਾ ਚਾਹੁੰਦੇ ਹਨ, ਸੀ ਹੈ। ਜੇ ਅਸੀਂ ਇਸ ਤਰ੍ਹਾਂ ਬਣਾਈਏ ਤਾਂ ਇਹਦਾ ਅਰਥ ਹੈ ਕਿ ਜੋ ਸਪਲਾਇਰ ਹਨ, ਉਤਪਾਦਕ ਹਨ, ਉਹ OQ ਤੱਕ ਇਸ ਵਸਤੂ ਦੀ ਪੂਰਤੀ ਕਰਨ ਨੂੰ ਤਿਆਰ ਹਨ, ਪਰ ਉਸ ਦੇ ਲਈ ਪ੍ਰਾਈਸ ਘੱਟੋ ਘੱਟ ਉਹਨਾਂ ਨੂੰ ਕਿੰਨਾ ਮਿਲਣਾ ਚਾਹੀਦਾ ਹੈ, OP1। ਸੋ ਪ੍ਰੋਡਿਊਸਰਸ ਔਰ ਸਪਲਾਇਰਸ ਆਰ ਰੈਡੀ ਟੂ ਸਪਲਾਈ ਦਿਸ ਮਚ quantity of this output or product, sorry. So but the minimum price they need or they want, they require is OP1. So this much amount they can supply at least this much price, OP1। ਹੁਣ ਜੇ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋ ਗਿਆ ਹੈ ਤਾਂ ਇਸ ਦਾ ਅਰਥ ਇਹ ਕੀ ਹੈ? ਧਿਆਨ ਦਿਓ, ਜੇ ਉਤਪਾਦਨ ਦੀ ਲਾਗਤ ਵੱਧ ਗਈ ਹੈ ਤਾਂ ਇੰਨੀ ਆਊਟਪੁੱਟ OQ1 ਨੂੰ ਉਤਪਾਦਿਤ ਕਰਨ ਦੇ ਲਈ ਹੁਣ ਲਾਗਤ ਵਧਣ ਕਰਕੇ, ਕਾਸਟ ਆਫ ਪ੍ਰੋਡਕਸ਼ਨ ਵਧਣ ਕਰਕੇ, ਹੁਣ ਜੋ ਉਤਪਾਦਕ ਹਨ ਜਾਂ ਸਪਲਾਇਰ ਹਨ ਉਹ ਇੰਨੀ ਆਊਟਪੁੱਟ ਦੀ ਕੁਆਂਟੀਟੀ ਜੋ ਹੈ, ਇੰਨੀ ਜੋ ਮਾਤਰਾ ਹੈ, ਉਸ ਨੂੰ ਸਪਲਾਈ ਕਰਨ ਲਈ ਤਿਆਰ ਤਾਂ ਹੋਣਗੇ, ਪਰ ਇਸ ਲਈ ਉਹ ਕੀਮਤ ਕੁਛ ਜ਼ਿਆਦਾ ਚਾਹਣਗੇ। ਅਰਥਾਤ ਸਪੋਜ਼ ਕਿਸੇ ਇੱਥੇ, ਸੋ ਜੇ ਉਤਪਾਦਨ ਦੀ ਲਾਗਤ ਵੱਧ ਗਈ ਹੈ ਤਾਂ ਇਸ ਕਰਕੇ ਉਹ ਹੁਣ ਇੰਨੀ ਹੀ ਮਾਤਰਾ ਦਾ ਉਤਪਾਦਨ ਕਰਕੇ ਪੂਰਤੀ ਕਰਨ ਦੇ ਲਈ ਕੀਮਤ OP1 ਨਹੀਂ ਬਲਕਿ ਇਸ ਤੋਂ ਕੁਝ ਉੱਪਰ ਵਾਲੀ ਕੀਮਤ, ਜ਼ਿਆਦਾ ਕੀਮਤ ਚਾਹਣਗੇ। ਸੋ ਜੇ S1 ਹੈ ਤਾਂ ਜਦੋਂ ਉਤਪਾਦਨ ਦੀ ਲਾਗਤ ਵੱਧ ਗਈ ਹੈ ਤਾਂ ਹੁਣ ਇੰਨੀ ਹੀ ਮਾਤਰਾ ਨੂੰ ਸਪਲਾਈ ਕਰਨ ਦੇ ਲਈ ਉਹ ਪ੍ਰਾਈਸ ਜ਼ਿਆਦਾ ਚਾਹਣਗੇ, ਅਰਥਾਤ ਸਪਲਾਈ ਕਰਵ ਉੱਪਰ ਨੂੰ ਸ਼ਿਫਟ ਹੋ ਜਾਏਗੀ। ਸੋ ਜਦੋਂ ਅਸੀਂ ਉਤਪਾਦਨ ਦੀ ਲਾਗਤ ਵਿੱਚ ਵਾਧਾ ਦਿਖਾਉਣਾ ਹੁੰਦਾ ਹੈ ਤਾਂ ਸਪਲਾਈ ਕਰਵ ਇਸ ਤਰ੍ਹਾਂ ਅੱਪਵਰਡ ਸ਼ਿਫਟ ਕਰ ਜਾਏਗੀ। ਇਹਦਾ ਅਰਥ ਇਹ ਹੈ ਕਿ ਹੁਣ ਕਾਸਟ ਆਫ ਪ੍ਰੋਡਕਸ਼ਨ ਵੱਧ ਚੁੱਕੀ ਹੈ, ਕਿ ਇੰਨੀ ਹੀ ਆਊਟਪੁੱਟ ਨੂੰ ਸਪਲਾਈ ਕਰਨ ਲਈ ਹੁਣ ਉਹ ਪ੍ਰਾਈਸ ਜ਼ਿਆਦਾ ਚਾਹਣਗੇ ਉਤਪਾਦਕ। ਸੋ ਜਦੋਂ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੁੰਦਾ ਹੈ ਤਾਂ ਇਸ ਦਾ ਅਸਰ ਪੂਰਤੀ ਵਕਰ ਤੇ ਇਸ ਤਰ੍ਹਾਂ ਪੈਂਦਾ ਹੈ ਕਿ ਉਹ ਉੱਪਰ ਵੱਲ ਖਿਸਕ ਜਾਂਦੀ ਹੈ। ਅਰਥਾਤ ਹੁਣ ਪੂਰਤੀ ਵਧੇਗੀ ਤਾਂ ਜ਼ਰੂਰ, ਜੇ ਆਪਾਂ ਦੇਖ ਰਹੇ ਹਾਂ ਜੇ ਇੰਨੀ ਹੀ ਆਊਟਪੁੱਟ ਪ੍ਰੋਡਿਊਸ ਕਰਨੀ ਹੈ ਤਾਂ ਉਹਦੇ ਲਈ ਉਤਪਾਦਨ ਦੀ ਇੰਨੀ ਮਾਤਰਾ ਨੂੰ ਅਸੀਂ ਜੋ ਹੈ ਉਹਦੇ ਲਈ ਉਤਪਾਦਕ ਕੀਮਤ ਜ਼ਿਆਦਾ ਚਾਹਣਗੇ, ਕਿਉਂਕਿ ਕਾਸਟ ਆਫ ਪ੍ਰੋਡਕਸ਼ਨ ਵੀ ਵੱਧ ਚੁੱਕੀ ਹੈ। ਤਾਂ ਇਸ ਦਾ ਅਰਥ ਇਹ ਹੈ ਕਿ ਜਦੋਂ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਏਗਾ ਤਾਂ ਜੋ ਸਪਲਾਈ ਕਰਵ ਹੈ ਉਹ ਇਸ ਤਰ੍ਹਾਂ ਉੱਪਰ ਸ਼ਿਫਟ ਹੋ ਜਾਏਗੀ। ਅਤੇ ਇਸ ਦਾ ਅਰਥ ਇਹ ਹੈ ਕਿ ਹੁਣ ਚਾਹੇ ਇਸ ਤੋਂ ਜ਼ਿਆਦਾ ਵੀ ਸਪਲਾਈ ਕੀਤੀ ਜਾਏਗੀ ਬਾਅਦ ਵਿੱਚ ਜਦੋਂ ਕੀਮਤ ਹੋਰ ਵਧੇਗੀ, ਪਰ ਜੋ ਅਸੀਂ ਦੇਖ ਰਹੇ ਹਾਂ ਕਿ ਜੇ ਇੰਨੀ ਹੀ ਆਊਟਪੁੱਟ ਪ੍ਰੋਡਿਊਸ ਕਰਨੀ ਹੈ ਅਤੇ ਵੇਚਣੀ ਹੈ ਤਾਂ ਉਹਦੇ ਲਈ ਲਾਗਤ ਵਧਣ ਕਰਕੇ ਪ੍ਰਾਈਸ ਜ਼ਿਆਦਾ ਮਿਲਣਾ ਚਾਹੀਦਾ ਹੈ। ਸੋ ਇਸੇ ਚੀਜ਼ ਨੂੰ ਅਸੀਂ ਇੱਥੇ ਦੇਖ ਰਹੇ ਹਾਂ ਇਸ ਡਾਇਗਰਾਮ ਦੇ ਵਿੱਚ ਕਿ ਸ਼ੁਰੂਆਤ ਦੇ ਵਿੱਚ ਡਿਮਾਂਡ ਕਰਵ D ਹੈ, ਇਕੁਇਲਿਬਰੀਅਮ ਜੋ ਹੈ ਉਹ ਇਸ ਕਿਸੇ ਪੁਆਇੰਟ ਦੇ ਉੱਤੇ ਆਪਾਂ ਦੇਖ ਰਹੇ ਹਾਂ E ਦੇ ਉੱਤੇ। ਹਾਲਾਂਕਿ ਇਸ ਜੋ ਹਾਲਤ ਹੈ ਉਹ ਪੂਰਨ ਰੁਜ਼ਗਾਰ ਤੋਂ ਬਾਅਦ ਵਿੱਚ ਹੈ, ਉਸ ਤੋਂ ਬਾਅਦ ਵਿੱਚ ਉਤਪਾਦਨ ਵਿੱਚ ਬਿਲਕੁਲ ਵਾਧਾ ਨਹੀਂ ਹੋ ਰਿਹਾ। ਸਪਲਾਈ ਕਰਵ ਇਸ ਤਰ੍ਹਾਂ ਪੈਰਲਲ ਹੋ ਗਈ ਹੈ ਵਾਈ ਐਕਸਿਸ ਦੇ, ਪਰ ਪੂਰਨ ਰੁਜ਼ਗਾਰ ਤੋਂ ਪਹਿਲਾਂ ਇਹ ਸਪਲਾਈ ਕਰਵ ਅਪਵਰਡ ਸਲੋਪਿੰਗ ਹੈ। ਸੋ ਜਦੋਂ ਇੱਥੇ ਪੁਆਇੰਟ E ਹੈ ਤਾਂ ਪ੍ਰਾਈਸ P ਹੈ, ਆਊਟਪੁੱਟ M ਹੈ। ਨਾਓ ਵਾਟ ਵਿਲ ਹੈਪਨ ਡਿਊ ਟੂ increase in cost of production, this supply curve will shift upward to the left, see here।
ਸੋ ਕਾਸਟ ਕਿਉਂਕਿ ਵੱਧ ਚੁੱਕੀ ਹੈ ਤਾਂ ਜਿੱਦਾਂ ਕਿ ਅਸੀਂ ਦੇਖਿਆ ਹੈ ਕਾਸਟ ਵੱਧਦੀ ਹੈ ਤਾਂ ਸਪਲਾਈ ਕਰਵ ਇਸ ਤਰ੍ਹਾਂ ਉੱਪਰ ਨੂੰ ਖਿਸਕ ਜਾਂਦੀ ਹੈ। ਤਾਂ ਹੁਣ ਕੀ ਹੋਏਗਾ, ਡਿਮਾਂਡ ਚਾਹੇ ਉੱਥੇ ਹੈ ਤਾਂ ਆਪਾਂ ਕੀ ਦੇਖ ਰਹੇ ਹਾਂ ਕਿ ਇਕੁਇਲਿਬਰੀਅਮ E1 ਤੇ ਆ ਗਿਆ ਹੈ, ਆਊਟਪੁੱਟ ਵੀ ਘਟ ਗਈ ਹੈ ਪਰ ਪ੍ਰਾਈਸ ਵੱਧ ਗਿਆ ਹੈ। ਸੋ ਇੱਥੇ ਡਿਮਾਂਡ ਵੀ ਪਹਿਲਾਂ ਨਾਲੋਂ ਘੱਟ ਹੈ, ਕੀਮਤ ਵੱਧ ਗਈ ਹੈ ਜਦਕਿ ਉਤਪਾਦਨ ਵੀ ਘਟ ਗਿਆ ਹੈ। ਸਪਲਾਈ ਕਰਵ ਇਸ ਤਰ੍ਹਾਂ ਲੈਫਟਵਰਡ ਜੋ ਹੈ ਅਪਵਰਡ ਸ਼ਿਫਟ ਹੋ ਗਈ ਹੈ। ਸੋ ਇਹਦੀ ਵਜ੍ਹਾ ਕੀ ਹੈ, ਲਾਗਤ ਵਿੱਚ ਹੋਣ ਵਾਲਾ ਵਾਧਾ। ਇਸੇ ਤਰ੍ਹਾਂ ਜੇ ਲਾਗਤ ਹੋਰ ਵੱਧ ਜਾਏਗੀ ਤਾਂ ਇਹ ਹੋਰ ਜ਼ਿਆਦਾ ਉੱਪਰ ਚਲੀ ਜਾਏਗੀ। ਐਟ E2 C there is further increase in price and further fall in output। ਸੋ ਇਹ ਸਿਚੁਏਸ਼ਨ ਜੋ ਆਪਾਂ ਦੇਖਿਆ ਸੀ ਕਿ ਇੱਦਾਂ ਦੇ ਹਾਲਾਤ ਪੈਦਾ ਹੋਏ ਨੇ ਕਿ ਜਿਹਦੇ ਵਿੱਚ ਉਤਪਾਦਨ ਗਿਰ ਰਿਹਾ ਹੈ ਤੇ ਲਾਗਤ ਵੱਧ ਰਹੀ ਹੈ ਤੇ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਸੋ ਇੱਥੇ ਬੁਨਿਆਦੀ ਫਰਕ ਕੀ ਹੈ ਕਿ ਜਦੋਂ ਮੰਗ ਪ੍ਰੇਰਿਤ ਜੋ ਅਸੀਂ ਮੁਦਰਾ ਸਫੀਤੀ ਦੇਖੀ ਸੀ ਉਹਦੇ ਵਿੱਚ ਪੂਰਨ ਰੁਜ਼ਗਾਰ ਤੋਂ ਪਹਿਲਾਂ ਜੇਕਰ ਮੰਗ ਵੱਧਦੀ ਹੈ ਤਾਂ ਕੀਮਤਾਂ ਵੀ ਵੱਧਦੀਆਂ ਤੇ ਹਨ, ਪਰ ਨਾਲ ਨਾਲ ਉਤਪਾਦਨ ਵੀ ਵੱਧਦਾ ਹੈ, ਰੁਜ਼ਗਾਰ ਵੀ ਵੱਧਦਾ ਹੈ। ਪਰ ਇੱਥੇ ਕੀ ਹੋ ਰਿਹਾ ਹੈ, ਫੁੱਲ ਇੰਪਲਾਇਮੈਂਟ ਤਾਂ ਇੱਥੇ ਆਣੀ ਹੈ, ਆਊਟਪੁੱਟ ਇੱਥੇ ਹੋਣੀ ਹੈ ਉੱਥੇ ਜਦੋਂ ਫੁੱਲ ਇੰਪਲਾਇਮੈਂਟ ਹੋਏਗੀ। ਪਰ ਇਸ ਤੋਂ ਪਹਿਲਾਂ ਹੀ ਕੀ ਹੋ ਰਿਹਾ ਹੈ, ਉਤਪਾਦਨ ਦੀ ਲਾਗਤ ਵਧਣ ਕਰਕੇ ਸਪਲਾਈ ਕਰਵ ਇਸ ਤਰ੍ਹਾਂ ਸ਼ਿਫਟ ਕਰ ਰਹੀ ਹੈ ਲੈਫਟਵਰਡ ਤੇ ਉਸ ਦੇ ਨਾਲ ਕੀ ਹੋ ਰਿਹਾ ਹੈ, ਉਤਪਾਦਨ ਵੀ ਘਟ ਰਿਹਾ ਹੈ ਤੇ ਕੀਮਤਾਂ ਵਿੱਚ ਵਾਧਾ ਜ਼ਿਆਦਾ ਹੋ ਰਿਹਾ ਹੈ। ਸੋ ਇਸ ਨੂੰ ਅਸੀਂ ਜੋ ਹੈ ਲਾਗਤ ਪ੍ਰੇਰਿਤ ਮੁਦਰਾ ਸਫੀਤੀ ਕਹਿ ਰਹੇ ਹਾਂ। ਦਿਸ ਇਜ਼ ਕਾਲਡ cost push inflation। it is the increase in cost of production that is pushing the price upward। so now what are the causes why cost of production increases, ਕਿ ਇਹ cost of production ਕਿਉਂ ਵੱਧ ਜਾਂਦੀ ਹੈ, ਉਤਪਾਦਨ ਦੀ ਲਾਗਤ ਵਿੱਚ ਕਿਉਂ ਵਾਧਾ ਹੋ ਰਿਹਾ ਹੈ, ਇਸ ਦੇ ਕੀ ਕਾਰਨ ਹੋ ਸਕਦੇ ਹਨ। ਜਿਸ ਤਰ੍ਹਾਂ ਕਿ ਅਸੀਂ ਦੇਖਿਆ ਸੀ ਮੰਗ ਵਿੱਚ ਕਿਉਂ ਵਾਧਾ ਹੁੰਦਾ ਹੈ, ਹੁਣ ਆਪਾਂ ਦੇਖਾਂਗੇ ਕਿ ਕੀਮਤਾਂ ਵਿੱਚ ਵਾਧਾ ਹੋਣ ਦੀ ਵੱਡੀ ਵਜ੍ਹਾ ਜੋ ਹੈ ਉਹ cost of production ਹੈ। cost push inflation ਇਸ ਕਰਕੇ ਕਿਹਾ ਜਾ ਰਿਹਾ ਹੈ ਇਸਨੂੰ, ਜੋ ਲਾਗਤ ਪ੍ਰੇਰਿਤ। ਸੋ ਅੰਡਰ ਇੰਪਰਫੈਕਟਲੀ ਕੰਪੈਰੀਟਿਵ ਮਾਰਕੀਟ, ਕਿ ਜੋ ਅਪੂਰਨ ਪ੍ਰਤੀਯੋਗੀ ਬਾਜ਼ਾਰ ਹੈ ਜਿਹੜਾ ਕਿ ਅਕਸਰ ਹੁੰਦਾ ਹੈ ਅਸਲ ਵਿੱਚ, ਤਾਂ ਕਿਉਂ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋ ਰਿਹਾ ਹੈ। ਇਸ ਦੇ 3 ਕਾਰਨ ਹਨ ਜਿਹਦੇ ਕਰਕੇ ਬਾਅਦ ਵਿੱਚ ਕੀਮਤਾਂ ਵੱਧਦੀਆਂ ਹਨ। ਪਹਿਲਾ ਹੈ ਇਨਕਰੀਜ਼ ਇਨ ਦਾ ਰੇਟ ਆਫ ਵੇਜ ਔਰ ਵੇਜ ਇੰਡਿਊਸ ਇਨਫਲੇਸ਼ਨ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਮਜ਼ਦੂਰੀ ਜਾਂ ਲੇਬਰ ਹੈ ਉਹ ਇੱਕ ਉਤਪਾਦਨ ਦਾ ਬੜਾ ਜੋ ਜ਼ਰੂਰੀ ਸਾਧਨ ਹੈ, ਇੰਪੋਰਟੈਂਟ ਫੈਕਟਰ ਹੈ। ਜੇ ਲੇਬਰ ਮਾਰਕੀਟ ਇੰਪਰਫੈਕਟ ਹੈ ਜਾਂ ਟ੍ਰੇਡ ਯੂਨੀਅਨ ਜਾਂ ਮਜ਼ਦੂਰ ਸੰਘ ਬੜੇ ਸਟਰੋਂਗ ਹਨ, ਜਿੱਦਾਂ ਕਿ ਆਪਾਂ ਦੇਖਿਆ ਸੀ ਕਿ ਜੇ ਉਹਨਾਂ ਦੇ ਕੋਲ ਉਹਨਾਂ ਦੀ ਬਾਰਗੇਨਿੰਗ ਪਾਵਰ ਕਾਫੀ ਹੈ, ਕਾਫੀ ਉਹਨਾਂ ਦੇ ਕੋਲ ਸ਼ਕਤੀ ਹੈ, ਉਹਨਾਂ ਦੀ ਗੱਲ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ, ਤਾਂ ਜੇ ਲੇਬਰ ਯੂਨੀਅਨ ਜਾਂ ਟ੍ਰੇਡ ਯੂਨੀਅਨ ਵਗੈਰਾ ਵੇਜਸ ਨੂੰ ਵਧਵਾ ਲੈਣ ਕਿ ਜ਼ੋਰ ਪਾ ਕੇ ਕਿ ਉਹ ਕਹਿਣਗੇ ਕਿ ਜੀ ਅਸੀਂ ਇਸ ਵੇਜ ਤੇ ਘੱਟ ਵੇਜ ਰੇਟ ਤੇ ਕੰਮ ਨਹੀਂ ਕਰਨਾ, ਵੇਜਸ ਵਧਾਈਆਂ ਜਾਣ, ਜਿਹੜੀਆਂ ਕਿ ਹੋ ਸਕਦਾ ਕਿ ਲੇਬਰ ਦੀ ਮੰਗ ਅਤੇ ਪੂਰਤੀ ਜਾਂ ਮਜ਼ਦੂਰੀ ਦੀ ਜੋ ਮੰਗ ਅਤੇ ਪੂਰਤੀ ਹੈ ਉਸ ਦੇ ਮੁਤਾਬਕ ਨਾ ਹੋਣ, ਉਸ ਤੋਂ ਜ਼ਿਆਦਾ ਨੇ, ਤਾਂ ਮਜ਼ਦੂਰੀ ਦੀ ਦਰ ਵਿੱਚ ਹੋਣ ਵਾਲਾ ਵਾਧਾ ਜੋ ਹੈ ਉਹ ਉਤਪਾਦਨ ਦੀ ਲਾਗਤ ਵਧਾਏਗਾ ਤੇ ਉਤਪਾਦਨ ਦੀ ਲਾਗਤ ਵਧਣ ਕਰਕੇ ਕੀਮਤਾਂ ਵਿੱਚ ਵਾਧਾ ਹੋਏਗਾ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਜੇ ਮਜ਼ਦੂਰੀ ਦੀ ਦਰ ਜ਼ਰੂਰਤ ਤੋਂ ਜ਼ਿਆਦਾ ਹੋ ਗਈ ਹੈ ਤੇ ਇਸ ਨਾਲ ਅਨਇੰਪਲਾਇਮੈਂਟ ਵੀ ਫੈਲ ਸਕਦੀ ਹੈ। ਤਾਂ ਇੱਕ ਪਾਸੇ ਉਤਪਾਦਨ ਦੀ ਲਾਗਤ ਵੱਧ ਗਈ ਹੈ, ਆਊਟਪੁੱਟ ਘਟ ਗਈ ਹੈ ਕਿਉਂਕਿ ਇੰਪਲਾਇਮੈਂਟ ਵੀ ਘਟ ਗਈ ਹੈ, ਕਿਉਂਕਿ ਉਹ ਵੇਜ ਰੇਟ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਹੈ। ਸੋ ਜੇ ਇਸ ਤਰ੍ਹਾਂ ਮਜ਼ਦੂਰੀ ਦੀ ਦਰ ਵਿੱਚ ਵਾਧਾ ਹੋਏਗਾ ਜਾਂ ਵਾਧਾ ਕਰਨ ਦੇ ਲਈ ਮਜਬੂਰ ਕੀਤਾ ਜਾਏਗਾ ਮਜ਼ਦੂਰ ਸੰਘ ਦੁਆਰਾ, ਤਾਂ ਕੀਮਤਾਂ ਵਿੱਚ ਵਾਧਾ ਜੋ ਹੈ ਹੋਏਗਾ ਕਿਉਂਕਿ ਉਤਪਾਦਨ ਦੀ ਲਾਗਤ ਵੱਧ ਜਾਏਗੀ ਅਤੇ ਕਿਉਂਕਿ ਮਜ਼ਦੂਰੀ ਦੀ ਦਰ ਜ਼ਰੂਰਤ ਤੋਂ ਜ਼ਿਆਦਾ ਹੈ, ਇਸ ਦੇ ਨਾਲ ਇੰਪਲਾਇਮੈਂਟ ਵੀ ਘਟੇਗੀ, ਜਿਸ ਕਰਕੇ ਆਊਟਪੁੱਟ ਹੋਰ ਘਟ ਜਾਏਗੀ ਅਤੇ ਕੀਮਤਾਂ ਵਿੱਚ ਵਾਧਾ ਜ਼ਿਆਦਾ ਹੋਏਗਾ। ਸੋ ਪਹਿਲਾ ਕਾਰਨ ਹੈ ਜਿਸ ਨੂੰ ਅਸੀਂ ਕਿ ਇਨਕਰੀਜ਼ ਇਨ ਰੇਟ ਆਫ ਵੇਜਸ ਔਰ ਵੇਜ ਇੰਡਿਊਸਡ ਇਨਫਲੇਸ਼ਨ ਕਹਿ ਰਹੇ ਹਾਂ, ਕਿ ਮਜ਼ਦੂਰੀ ਦੀ ਦਰ ਵਿੱਚ ਹੋਣ ਵਾਲੇ ਵਾਧੇ ਕਰਕੇ ਕੀਮਤਾਂ ਵਿੱਚ ਵਾਧਾ ਜੋ ਹੋ ਰਿਹਾ ਹੈ। ਸੈਕੰਡ, ਇਨਕਰੀਜ਼ ਇਨ ਰੇਟ ਆਫ ਪ੍ਰੋਫਿਟ ਔਰ ਪ੍ਰੋਫਿਟ ਇੰਡਿਊਸਡ ਇਨਫਲੇਸ਼ਨ, ਜਿਸ ਨੂੰ ਅਸੀਂ ਮਾਰਕਅਪ ਇਨਫਲੇਸ਼ਨ ਵੀ ਕਿਹਾ ਸੀ, ਕਿ ਜੇਕਰ ਇੰਪਰਫੈਕਟ ਕੰਪੀਟੀਸ਼ਨ ਹੈ ਜਿਹਦੇ ਵਿੱਚ ਮੋਨੋਪਲੀ ਹੋ ਸਕਦੀ ਜਾਂ ਓਲੀਗੋਪੋਲੀ ਅਲਪ ਜੋ ਅਧਿਕਾਰ ਜਾਂ ਏਕਾਧਿਕਾਰ ਵਗੈਰਾ ਹੋ ਸਕਦਾ ਹੈ, ਜਿਸ ਕਰਕੇ ਜੋ ਐਂਟਰਪ੍ਰੈਨਿਓਰ ਹੈ ਜਾਂ ਪ੍ਰੋਡਿਊਸਰ ਹੈ ਉਸ ਕੋਲ ਅਧਿਕਾਰ ਆ ਜਾਂਦਾ ਹੈ ਕਿ ਉਹ ਆਪਣੇ ਮਰਜ਼ੀ ਅਨੁਸਾਰ ਕੀਮਤ ਤੈਅ ਕਰੇ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਪ੍ਰੋਫਿਟ ਹੈ ਉਹ ਐਂਟਰਪ੍ਰੈਨਿਓਰ ਦੇ ਕੰਮ ਦੀ ਕੀਮਤ ਹੈ। ਇਸ ਕਰਕੇ ਜੋ ਆਪਣਾ ਪ੍ਰੋਫਿਟ ਮਾਰਜਨ ਵਧਾ ਲੈ, ਕਿ ਉਸਨੇ ਜੋ ਲਾਭ ਕਮਾਉਣਾ ਹੈ ਉਸ ਲਾਭ ਦਾ ਹਿੱਸਾ ਵਧਾ ਲਏਗਾ, ਤਾਂ ਇਸ ਦਾ ਅਸਰ ਵੀ ਕੀਮਤਾਂ 'ਤੇ ਪਏਗਾ, ਕਿਉਂਕਿ ਉਹ ਲਾਭ ਵੀ ਕਾਸਟ ਆਫ ਪ੍ਰੋਡਕਸ਼ਨ ਦਾ ਹੀ ਪਾਰਟ ਹੈ, ਉਤਪਾਦਨ ਦੀ ਲਾਗਤ ਦਾ ਹੀ ਹਿੱਸਾ ਹੈ, ਕਿਉਂਕਿ
एंटरप्रेन्योर भी एक उत्पादन का साधन है। दैन वी हैव इंक्रीज इन कॉस्ट ऑफ की इनपुट्स, कि कोई बहुत ਜ਼ਰੂਰੀ ਜੋ ਇਨਪੁट्स ਹਨ ਜੋ ਕਿ ਅਸੀਂ ਦੇਖਦੇ ਹਾਂ ਕਿ ਉਤਪਾਦਨ ਕਰਨ ਦੇ ਲਈ ਜੋ ਹੈ ਇਨਪੁट्स ਨੇ ਉਹਨਾਂ ਨੂੰ ਆਊਟਪੁੱਟ ਵਿੱਚ ਕਨਵਰਟ ਕੀਤਾ ਜਾਂਦਾ ਹੈ, ਉਸ ਨੂੰ ਹੀ ਉਤਪਾਦਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਸੋ ਜੋ ਰॉ ਮਟੀਰੀਅਲ, ਕੱਚਾ ਮਾਲ ਆਦਿ ਜਾਂ ਹੋਰ ਜ਼ਰੂਰਤ ਦੀਆਂ ਪਦਾਰਥ ਜਿਹੜੇ ਕਿ ਉਤਪਾਦਨ ਪ੍ਰਕਿਰਿਆ ਵਿੱਚ ਇਸਤੇਮਾਲ ਹੁੰਦੇ ਹਨ, ਜਿਸ ਤਰ੍ਹਾਂ ਕੋਲ, ਸਟੀਲ, ਪੈਟਰੋਲ ਐਟਸੈਟਰਾ, ਜੇਕਰ ਇਹਨਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ, ਅਰਥਾਤ ਜੇ ਇਨਪੁट्स ਦੀ ਕੀਮਤ ਵੱਧ ਜਾਏ ਕਿ ਲੇਬਰ ਤੋਂ ਇਲਾਵਾ ਕਿ ਜੋ ਆਪਾਂ ਹੋਰ ਮਟੀਰੀਅਲ ਇਸਤੇਮਾਲ ਕਰ ਰਹੇ ਹਾਂ, ਜੇਕਰ ਉਹਨਾਂ ਦੀ ਕੀਮਤ ਵੱਧ ਜਾਏਗੀ ਤਾਂ ਇਸ ਦੇ ਨਾਲ ਵੀ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਏਗਾ, ਜਿਸ ਕਰਕੇ ਜੋ ਤਿਆਰ ਮਾਲ ਕੀਤਾ ਜਾਏਗਾ, ਸਮਾਨ ਤਿਆਰ ਕੀਤਾ ਜਾਏਗਾ, ਤਿਆਰ ਪਦਾਰਥ ਹੈ, ਉਹਨਾਂ ਦੀਆਂ ਕੀਮਤਾਂ ਵਿੱਚ ਹੀ ਵਾਧਾ ਹੋਣਾ ਲਾਜ਼ਮੀ ਹੈ, ਕਿਉਂਕਿ ਜੇ ਇਨਪੁੱਟ ਦਾ ਪ੍ਰਾਈਸ ਵੱਧ ਰਿਹਾ ਹੈ ਤਾਂ ਆਊਟਪੁੱਟ ਵੀ ਮਹਿੰਗੀ ਹੋਏਗੀ। ਜਿਸ ਤਰ੍ਹਾਂ ਕਿ ਐਗਜ਼ਾਮਪਲ ਦਿੱਤੀ ਗਈ ਹੈ ਕਿ 1973 ਦੇ ਵਿੱਚ ਓਪੈਕ ਨੇ, ਜੋ ਕਿ ਪੈਟਰੋਲੀਅਮ ਐਕਸਪੋਰਟ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੀ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਤਾ ਸੀ 40%, ਜਿਸ ਕਰਕੇ ਜੋ ਬਾਕੀ ਪਦਾਰਥ, ਕਿਉਂਕਿ ਪੈਟਰੋਲ ਜੋ ਹੈ ਹਰ ਜਗ੍ਹਾ ਇਸਤੇਮਾਲ ਹੁੰਦਾ ਹੈ, ਚਾਹੇ ਉਹ ਟਰਾਂਸਪੋਰਟੇਸ਼ਨ ਲਈ ਆਪਾਂ ਇਸਤੇਮਾਲ ਕਰੀਏ ਜਾਂ ਫਿਰ ਉਹ ਮਸ਼ੀਨਾਂ ਦੇ ਵਿੱਚ ਚਲਾਉਣ ਦੇ ਲਈ ਇਸਤੇਮਾਲ ਹੋਵੇ, ਉਤਪਾਦਨ ਦੀ ਪ੍ਰਕਿਰਿਆ ਵਿੱਚ, ਟਰਾਂਸਪੋਰਟੇਸ਼ਨ ਆਵਾਜਾਈ ਦੇ ਵਿੱਚ, ਕਿਉਂਕਿ ਇਹ ਸਾਰਾ ਇਸਤੇਮਾਲ ਹੁੰਦਾ ਹੈ। ਸੋ ਇਸ ਦੇ ਨਾਲ ਦੋਨੇ ਤਰ੍ਹਾਂ ਦੀ ਕਾਸਟ ਵੱਧ ਸਕਦੀ ਹੈ, ਕਾਸਟ ਆਫ ਪ੍ਰੋਡਕਸ਼ਨ, ਕਾਸਟ ਆਫ ਟਰਾਂਸਪੋਰਟੇਸ਼ਨ ਐਜ਼ ਵੈਲ। ਸੋ ਜਿਹਦੇ ਕਰਕੇ ਕੀਮਤਾਂ ਵਿੱਚ ਵਾਧਾ ਹੋਏਗਾ। ਸੋ ਜਦੋਂ ਇਨਪੁੱਟਸ ਦੇ ਵਿੱਚ ਪ੍ਰਾਈਸ ਦੇ ਵਿੱਚ ਵਾਧਾ ਹੋਏਗਾ, ਉਹ ਮਹਿੰਗੇ ਹੋ ਜਾਣਗੇ, ਰॉ ਮਟੀਰੀਅਲ ਮਹਿੰਗਾ ਹੋ ਜਾਏਗਾ ਜਾਂ ਹੋਰ ਜ਼ਰੂਰਤ ਦੇ ਪਦਾਰਥ ਮਹਿੰਗੇ ਹੋਣਗੇ, ਤਾਂ ਇਸ ਦੇ ਨਾਲ ਵੀ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਏਗਾ। ਸੋ ਵਜ੍ਹਾ ਕੁਝ ਵੀ ਹੋਵੇ, ਜਦੋਂ ਵੀ ਉਤਪਾਦਨ ਦੀ ਲਾਗਤ ਵਿੱਚ ਵਾਧਾ ਹੋਏਗਾ ਤਾਂ ਇਸ ਦੇ ਨਾਲ ਅਸੀਂ ਦੇਖਿਆ ਸੀ ਸਪਲਾਈ ਕਰਵ ਇਸ ਤਰ੍ਹਾਂ ਵਰਡ ਸ਼ਿਫਟ ਕਰ ਜਾਂਦੀ ਹੈ ਲੈਫਟ ਸਾਈਡ ਤੇ, ਜਿਹਦੇ ਕਰਕੇ ਕੀਮਤਾਂ ਵਿੱਚ ਵਾਧਾ ਹੁੰਦਾ ਹੈ। ਪਰ ਇੱਥੇ ਫਿਰ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜੇ ਮੰਗ ਵੱਧਦੀ ਹੈ ਤਾਂ ਉਸ ਦੀ ਵਜ੍ਹਾ ਨਾਲ ਜੋ ਕੀਮਤ ਵੱਧਦੀ ਹੈ, ਤਾਂ ਪੂਰਨ ਰੁਜ਼ਗਾਰ ਤੋਂ ਪਹਿਲਾਂ ਕੱਲੀਆਂ ਕੀਮਤਾਂ ਹੀ ਨਹੀਂ ਵੱਧਦੀਆਂ, ਨਾਲ ਨਾਲ ਜੋ ਉਤਪਾਦਨ ਵੀ ਵੱਧਦਾ ਹੈ, ਰੁਜ਼ਗਾਰ ਵੀ ਵੱਧਦਾ ਹੈ। ਸੋ ਵੈਨ prices rise due to increase in aggregate demand and that before full employment, this results in higher price levels but also increase in output and employment. But in case of cost push inflation, what we see, whenever there is increase in cost of production, this leads to increase in general price level, but it is accompanied by a fall in employment and output, ਕਿ ਉਤਪਾਦਨ ਜੋ ਹੈ ਉਹ ਘਟਦਾ ਹੈ, ਰੁਜ਼ਗਾਰ ਵੀ ਘਟਦਾ ਹੈ, ਜਦ ਕਿ ਅਜੇ ਪੂਰਨ ਰੁਜ਼ਗਾਰ ਨਹੀਂ ਆਇਆ। ਤੇ ਇਸ ਦਾ ਜੋ ਅਸਰ ਹੈ, ਉਤਪਾਦਨ ਦੀ ਲਾਗਤ ਜਦੋਂ ਵੱਧਦੀ ਹੈ ਤਾਂ ਇਸ ਦਾ ਜੋ ਕੀਮਤਾਂ 'ਤੇ ਅਸਰ ਪੈਂਦਾ ਹੈ ਉਹ ਜ਼ਿਆਦਾ ਬੁਰਾ ਸਮਝਿਆ ਜਾ ਸਕਦਾ ਹੈ, ਕਿਉਂਕਿ ਇਸ ਦੇ ਨਾਲ ਇੱਕ ਪਾਸੇ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਦੂਸਰੇ ਪਾਸੇ ਉਤਪਾਦਨ ਅਤੇ ਰੁਜ਼ਗਾਰ ਵਿੱਚ ਕਮੀ ਆ ਰਹੀ ਹੈ। ਸੋ ਇਸ ਕਰਕੇ ਅਸੀਂ ਦੇਖਾਂਗੇ ਕਿ ਜੋ ਲਾਗਤ ਪੀੜਤ ਅਸੀਂ ਮਹਿੰਗਾਈ ਦੀ ਦਰ ਕਹਿ ਰਹੇ ਹਾਂ, ਇਸ ਨੂੰ ਵੀ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਤੋ ਇਹ ਤਾਂ ਦੋ ਸਿਧਾਂਤ ਅਸੀਂ ਦੇਖੇ ਹਨ ਕਿ ਪਹਿਲਾ ਸਿਧਾਂਤ ਸੀ ਉਹ ਮੰਗ ਪ੍ਰੇਰਿਤ ਮੁਦਰਾ ਸਫੀਤੀ ਅਤੇ ਦੂਸਰਾ ਹੈ ਲਾਗਤ ਪ੍ਰੇਰਿਤ ਮੁਦਰਾ ਸਫੀਤੀ। ਸੋ ਇਹਨਾਂ ਦੋਨਾਂ ਤੋਂ ਹੀ ਜਿਹੜਾ ਹੈ ਕੋਈ ਵੀ ਸਵਾਲ ਪੁੱਛਿਆ, ਇਹਨਾਂ ਦੋਨਾਂ ਉੱਤੇ ਸਵਾਲ ਪੁੱਛਿਆ ਜਾ ਸਕਦਾ ਹੈ। ਸੋ what is demand pull inflation and what is cost pull inflation? This is how we can explain the cost push theory of inflation or simply cost push inflation.